ਸਵੇਰ ਤੋਂ ਲੈ ਕੇ ਰਾਤ ਤੱਕ ਮੈਂ ਦੇਖਦਾ ਵੀ ਜੇ ਅਸੀਂ ਕਚਹਿਰੀਆਂ 'ਚ ਗੱਲ ਕਰੀਏ ਤਾਂ ਬੜਾ ਸੋਹਣਾ ਤੁਹਾਡਾ ਨਾਮ ਹੈਗਾ ਤੇ ਲੋਕ ਤੁਹਾਡੇ ਕੋਲ ਆਉਂਦੇ ਨੇ, ਤੁਸੀਂ ਉਹਨਾਂ ਦੇ ਕੇਸ ਲੜਦੇ ਹੋ ਤੇ ਉਹ ਸਾਰਾ ਕੁਝ ਮਤਲਬ ਉਹਦੇ ਨਾਲ ਤੁਸੀਂ ਇਹ ਸਿਆਸਤ ਦੇ ਵਿੱਚ ਕੀ ਤੁਹਾਡੇ ਮਤਲਬ ਆਇਆ ਮਨ ਦੇ ਵਿੱਚ? ਭਾਵੇਂ ਤੁਸੀਂ ਪੜ੍ਹੇ ਲਿਖੇ ਜਿੰਨੇ ਮਰਜ਼ੀ ਹੋ ਔਰ ਜਿੰਨਾ ਵਧੀਆ ਮਰਜ਼ੀ ਪ੍ਰੋਫੈਸ਼ਨ ਚੱਲਦਾ, ਪਰ ਤੁਹਾਡੀ ਸਮਾਜ ਪ੍ਰਤੀ ਇੱਕ ਰਿਸਪੌਂਸਿਬਿਲਟੀ ਬਣਦੀ ਹੈ ਕਿ ਤੁਸੀਂ ਸਮਾਜ ਦੇ ਵਿੱਚ ਸੁਧਾਰ ਕਰੋ। ਔਰ ਜਿਹੜੇ ਲੋਕਾਂ ਨੇ ਇਹਦੇ ਤੇ ਉੱਪਰ ਕਬਜ਼ਾ ਕੀਤਾ ਹੋਇਆ ਆ, ਜਿਵੇਂ ਕਿ ਅੱਜ ਵੀ ਕਈ ਮੀਡੀਆ ਵਾਲੇ ਸਵਾਲ ਪੁੱਛਦੇ ਨੇ ਕਿ ਭਾਰਤ ਭੂਸ਼ਣ ਆਸ਼ੂ ਜੀ ਦਾ ਲੁਧਿਆਣੇ ਤੇ ਕਬਜ਼ਾ, ਇਹ ਅਮਰੀਸ਼ਪੁਰੀ ਦਾ ਦੌਰ ਨਹੀਂਗਾ। ਦੇਖੋ, ਸਭ ਤੋਂ ਪਹਿਲੀ ਤਾਂ ਗੱਲ ਇਹ ਆ ਕਿ ਪੋਲਿਟਿਕਸ ਤੁਹਾਡਾ ਧੰਦਾ ਨਹੀਂ ਹੋਣਾ ਚਾਹੀਦੀ। ਪੰਜਾਬ 'ਚ ਬਹੁਤੇ ਲੋਕਾਂ ਦਾ ਹੈ ਜੋ ਅੱਜ ਪੰਜਾਬ ਦੇ ਵਿੱਚ ਚਾਹੇ ਅਕਾਲੀ ਦਲ ਦੀ ਗੱਲ ਕਰੋ ਤੇ ਚਾਹੇ ਕਾਂਗਰਸ ਪਾਰਟੀ ਦੀ ਕਰੋ, ਦੋਵਾਂ ਪਾਰਟੀਆਂ ਨੇ ਪੋਲਿਟਿਕਸ ਨੂੰ, ਰਾਜਨੀਤੀ ਨੂੰ ਆਪਣਾ ਧੰਦਾ ਬਣਾ ਚੁੱਕਿਆ। ਔਰ ਜੇਕਰ ਕਿਸੇ ਵੀ ਲੀਡਰ ਨੂੰ ਪੁੱਛੋ ਵੀ ਤੇਰੀ ਕਰੋੜਾਂ ਰੁਪਏ ਦੀ ਸੰਪत्ति ਕਿੱਥੋਂ ਬਣੀ, ਤਾਂ ਉਹ ਹੱਸਣ ਲੱਗ ਪੈਂਦਾ ਕਿ ਉਹ ਕੰਮ ਧੰਦਾ ਤਾਂ ਹੁੰਦਾ ਕੋਈ ਨਹੀਂ। ਤੇ ਮੈਂ ਸਮਝਦਾ ਕਿ ਪੋਲੀਟੀਕਲ ਪਿਛੋਕੜ ਜਿਹੜਾ ਆ ਉਹ ਕਿਸੇ ਦੀ ਵੀ ਘਰੇਲੂ ਜਾਇਦਾਦ ਨਹੀਂ ਹੁੰਦੀ, ਜੋ ਕਿ ਸਾਡੇ ਅੱਜ ਦੇਸ਼ ਦੇ ਵਿੱਚ ਪਰਿਵਾਰਵਾਦ ਦਾ ਸਿਸਟਮ ਚੱਲਿਆ ਹੋਇਆ। ਕਾਂਗਰਸ ਪਾਰਟੀ ਦੇ ਵਿੱਚ ਜਿਵੇਂ ਕਹਿੰਦੇ ਆ ਕਿ ਫੈਮਿਲੀ ਗਾਂਧੀ ਪਰਿਵਾਰ ਆ ਤੇ ਉਹ ਸਾਰੇ ਦੇਸ਼ ਦਾ ਖਹਿੜਾ ਛੱਡਣ ਦਾ ਨਾਂ ਨਹੀਂ ਲੈ ਰਹੇ। ਇਸੇ ਤਰ੍ਹਾਂ ਹੀ ਬਾਦਲ ਪਰਿਵਾਰ ਆ, ਉਹ ਵੀ ਖਹਿੜਾ ਛੱਡਣ ਦਾ ਨਾਂ ਨਹੀਂ ਲੈ ਰਹੇ। ਵੀ ਲੁਧਿਆਣਾ ਸ਼ਹਿਰ ਦੇ ਨਾਲ ਕੀ ਹੋ ਰਿਹਾ, ਪੰਜਾਬ ਦੇ ਨਾਲ ਕੀ ਹੋ ਰਿਹਾ, ਉਹ ਜਿਵੇਂ ਕਹਿੰਦੇ ਨਵੀਂ ਸ਼ਰਾਬ, ਪੁਰਾਣੀ ਸ਼ਰਾਬ ਕਦੇ ਨਵੀਂ ਬੋਤਲ 'ਚ, ਕਦੇ ਬੋਤਲ ਪੁਰਾਣੀ, ਕਦੇ ਬੋਤਲ ਨਵੀਂ, ਉਹ ਕੁਛ ਪੰਜਾਬ ਨਾਲ ਹੋ ਰਿਹਾ। ਕਦੇ ਅਕਾਲੀ ਦਲ ਬਾਹਰ, ਕਦੇ ਅਕਾਲੀ ਦਲ ਅੰਦਰ, ਕਦੇ ਕਾਂਗਰਸ ਪਾਰਟੀ ਬਾਹਰ, ਕਦੇ ਕੁਛ ਅੰਦਰ। ਔਰ ਬਾਕੀ ਜਿੰਨੀਆਂ ਟਰਸਟ ਦੀਆਂ ਪ੍ਰਾਪਰਟੀਆਂ ਨੇ, ਸਾਡੇ ਬਾਲਾ ਸੁਬਰਾਮਨੀਅਮ ਜੀ ਰਿਸਪੈਕਟਡ ਜਿਹੜੇ ਚੇਅਰਮੈਨ ਨੇ ਟਰਸਟ ਦੇ, ਉਹ ਵੀ ਚਹੇਤੇ ਨੇ ਭਾਰਤ ਭੂਸ਼ਣ ਆਸ਼ੂ ਜੀ ਦੇ। ਉਹਨਾਂ ਨਾਲ ਮਿਲ ਕੇ ਸਾਰੇ ਟਰਸਟ ਦੀਆਂ ਪ੍ਰਾਪਰਟੀਆਂ ਜਿਹੜੀਆਂ ਕਰੋੜਾਂ ਅਰਬਾਂ ਰੁਪਏ ਦੀਆਂ ਸੀ, ਕੌਡੀਆਂ ਦੇ ਭਾਅ ਆਪਣੇ ਚਹੇਤਿਆਂ ਨੂੰ ਦਿੱਤੀਆਂ। ਠੀਕ ਹੈ, ਤੁਸੀਂ ਨੀਂਦ ਤੋਂ ਜਾਗ ਗਏ, ਪਰ ਬੀਜੇਪੀ ਹੀ ਕਿਉਂ? ਤੁਸੀਂ ਬੀਜੇਪੀ ਨੂੰ ਹੀ ਕਿਉਂ ਚੁਣਿਆ ਰਸਤਾ? ਔਰ ਜੋ ਗੁੰਡਾਗਰਦੀ ਦਾ ਨਾਚ ਆ ਉਹ ਸਾਰਾ ਸ਼ਹਿਰ ਦੇ ਵਿੱਚ ਸਾਹਮਣੇ ਆ। ਕਹਿਣ ਦਾ ਭਾਵ ਇਸ ਪਾਰਟੀ ਨੇ, ਕਾਂਗਰਸ ਪਾਰਟੀ ਜਿਹੜੀ ਸੀ, ਉਹ ਉਸ ਕਰਪਸ਼ਨ ਦੇ ਵਿੱਚ ਬੜੀ ਗ੍ਰਸਤ ਤੇ ਵਿਅਸਤ ਸੀ। ਇਸ ਕਰਕੇ ਮੇਰਾ ਮਨ ਸੀ ਕਿ ਕਾਂਗਰਸ ਪਾਰਟੀ ਵਾਲੇ ਪਾਸੇ ਬਿਲਕੁਲ ਨਹੀਂ ਜਾਣਾ ਚਾਹੀਦਾ, ਸਮਾਜ ਦਾ ਸੁਧਾਰ ਨਹੀਂ ਕਰ ਸਕਦੀ। 2014 ਤੋਂ ਦੇਖੋ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪਾਵਰ ਵਿੱਚ ਆਏ, ਤੁਸੀਂ ਮੈਨੂੰ ਇੱਕ ਸਕੈਮ ਦਾ ਨਾਮ ਲੈ ਕੇ ਦੱਸੋ ਜਿਹੜਾ ਕਿਤੇ ਹੋਇਆ ਹੋਵੇ। ਤੁਸੀਂ ਕਰਪਸ਼ਨ ਨੇੜੇ ਨਹੀਂ। ਔਰ ਜਿਹੜਾ ਕੋਈ ਮੰਤਰੀ ਵੀ ਆਪਣੀ ਰਿਸਪੌਂਸਿਬਿਲਟੀ ਵਧੀਆ ਢੰਗ ਨਾਲ ਨਹੀਂ ਨਿਭਾਉਂਦਾ, ਉਹਨੂੰ ਵੀ ਸਾਈਡ ਤੇ ਕੀਤਾ ਜਾਂਦਾ। ਲੋਕ ਫਿਰ ਉਹ ਰਵਾਇਤੀ ਪਾਰਟੀਆਂ ਨੂੰ ਮੌਕਾ ਦੇ ਦਿੰਦੇ ਨੇ, ਫਿਰ ਕਰਪਟ ਲੀਡਰਸ ਜਿਹੜੇ ਅੱਗੇ ਆ ਜਾਂਦੇ ਨੇ। ਲੋਕਾਂ ਨੂੰ ਕਿਵੇਂ ਨੀਂਦ ਤੋਂ ਜਗਾਓ? ਇਸ ਤਰ੍ਹਾਂ ਹੁਣ ਹੋਰ ਨਹੀਂ ਹੋਏਗਾ। ਕਹਿੰਦੇ ਵੀ ਇਟ ਇਜ਼ ਇਨਫ, ਕਿਉਂਕਿ ਜਿਹੜੇ ਸਾਡੇ ਕਾਂਗਰਸ ਪਾਰਟੀ ਦੇ, ਅਕਾਲੀ ਦਲ ਦੇ ਜਿਹੜੇ ਲੀਡਰ ਸਾਹਿਬਾਨ ਨੇ, ਉਹ ਆਪਣੀ ਰਿਸਪੌਂਸਿਬਿਲਟੀ ਤੋਂ ਪਿੱਛੇ ਹਟ ਗਏ। ਉਹਨਾਂ ਨੇ ਆਪਣੀ ਰਿਸਪੌਂਸਿਬਿਲਟੀ ਵਧੀਆ ਢੰਗ ਨਾਲ ਨਹੀਂ ਨਿਭਾਈ। ਉਹਨਾਂ ਨੇ ਸਮਾਜ ਨੂੰ ਇਹਨਾਂ ਲਾਲ ਫੀਤਾਸ਼ਾਹੀ ਵਾਲੇ ਅਫਸਰਾਂ ਤੋਂ, ਕਲਰਕਾਂ ਤੋਂ ਲੁੱਟਣ ਲਈ ਖੁੱਲ੍ਹ ਦੇਤੀ। ਦਾ ਜਿਹੜਾ ਕਰਪਟ ਆ ਉਹਦੇ ਖਿਲਾਫ ਹੋ ਜਾਣ ਤੇ ਵਧੀਆ ਬੰਦਾ ਅੱਗੇ ਨਾ ਆਵੇ, ਕੱਲ ਨੂੰ ਉਹਨਾਂ ਨੂੰ ਕੋਈ ਸਮੱਸਿਆ ਦਾ ਸਾਹਮਣਾ ਕਰਨਾ ਪਵੇ। ਜਿਵੇਂ ਆਸ਼ੂ ਜੀ ਡਰਾਉਂਦੇ ਆ ਨਾ ਵੀ ਪਰਚਾ ਦੇ ਦਿਆਂਗੇ, ਇਹ ਪਰਚੇ ਪੁਰਚੇ ਵਾਲਾ ਆਸ਼ੂ ਜੀ ਤੁਸੀਂ ਆਪਣਾ ਵਹਿਮ ਕੱਢ ਦਿਓ। ਲਾਅ ਵਿਲ ਟੇਕ ਇਟਸ ਓਨ ਕੋਰਸ। ਜਿੰਨੇ ਵੀ ਜੁਰਮ ਕੀਤਾ ਉਹਨੂੰ ਸਜ਼ਾ ਮਿਲੂਗੀ। 20 ਫਰਵਰੀ ਨੂੰ ਮੌਕਾ ਦੇ ਦਿੰਦੇ ਨੇ, ਐਡਵੋਕੇਟ ਬਿਕਰਮ ਸਿੱਧੂ ਨੂੰ ਐਮਐਲਏ ਬਣਾ ਦਿੰਦੇ ਨੇ, ਵਕਾਲਤ ਜਾਰੀ ਰਹੂਗੀ? ਬਿਲਕੁਲ ਰਹੇਗੀ, ਕਿਉਂਕਿ ਆਪਣੀ ਕਮਾਈ ਵਾਸਤੇ, ਆਪਣਾ ਪਰਿਵਾਰ ਪਾਲਣ ਵਾਸਤੇ, ਆਪਣੇ ਜੀਵਨ ਦਾ ਪਹੀਆ ਰੋੜਨ ਵਾਸਤੇ ਅਸੀਂ ਆਪਣਾ ਜੇ ਪ੍ਰੋਫੈਸ਼ਨ ਛੱਡ ਦਿਆਂਗੇ ਤੇ ਫਿਰ ਜਿਹੜੇ ਆਮ ਲੀਡਰ ਤੁਰੇ ਫਿਰਦੇ ਉਹਨਾਂ ਵਾਂਗੂ ਅਸੀਂ ਵੀ ਕਰਪਟ ਹੋਵਾਂਗੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਸ। ਮੈਂ ਹਾਂ ਅਮਰਪ੍ਰੀਤ ਸਿੰਘ ਮੱਕੜ। ਚੋਣਾਂ ਨੂੰ ਕੁਛ ਹੀ ਸਮਾਂ ਰਹਿ ਗਿਆ ਹੈ। ਸਾਰੀਆਂ ਪਾਰਟੀਆਂ ਨੇ ਆਪਣੇ ਕੈਂਡੀਡੇਟ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤੇ ਨੇ। ਸਾਡਾ ਫਰਜ਼ ਬਣਦਾ, ਸਾਡੀ ਜ਼ਿੰਮੇਵਾਰੀ ਬਣਦੀ ਆ, ਅਸੀਂ ਉਹ ਤੁਹਾਨੂੰ ਕੈਂਡੀਡੇਟ ਦੇ ਨਾਲ ਮਿਲਾਈਏ ਤੇ ਉਹਦਾ ਪਿਛੋਕੜ ਬਾਰੇ ਦੱਸੀਏ। ਅੱਜ ਅਸੀਂ ਮੌਜੂਦ ਹਾਂ ਲੁਧਿਆਣਾ ਵੈਸਟ ਤੋਂ। ਕੈਂਡੀਡੇਟ ਨੇ ਬੀਜੇਪੀ ਦੇ ਐਡਵੋਕੇਟ ਬਿਕਰਮ ਸਿੰਘ ਸਿੱਧੂ। ਜੇ ਆਪਾਂ ਗੱਲ ਕਰੀਏ ਪੰਜਾਬ ਦੀ ਜਾਂ ਲੁਧਿਆਣੇ ਦੇ ਟੌਪ ਦੇ 5 ਲਾਇਰਸ ਦੀ, ਤੇ ਉਹਨਾਂ ਦੇ ਵਿੱਚ ਇੱਕ ਨਾਮ ਆਉਂਦਾ ਹੈ ਐਡਵੋਕੇਟ ਬਿਕਰਮ ਸਿੰਘ ਸਿੱਧੂ, ਜਿਹੜੇ ਬੜੇ ਲੰਬੇ ਸਮੇਂ ਤੋਂ ਵਕਾਲਤ ਕਰ ਰਹੇ ਨੇ ਤੇ ਉਹਨਾਂ ਨਾਲ ਅੱਜ ਅਸੀਂ ਗੱਲਬਾਤ ਕਰਾਂਗੇ। ਸਿੱਧੂ ਸਾਹਿਬ, ਸਵਾਗਤ ਹੈ ਜੀ ਤੁਹਾਡਾ। ਬਹੁਤ ਬਹੁਤ ਧੰਨਵਾਦ ਜੀ। ਦੇਖ ਰਹੇ ਹਾਂ ਜੀ ਪੂਰਾ ਮੇਲਾ ਲੱਗਿਆ ਹੋਇਆ ਹੈ, ਕੈਂਪੇਨ ਬੜੀ ਜ਼ੋਰਾਂ ਸ਼ੋਰਾਂ ਤੇ ਜਿਵੇਂ ਚੱਲ ਰਹੀ ਹੈ। ਅਸੀਂ ਅੱਜ ਗੱਲ ਕਰਾਂਗੇ, ਅਸੀਂ ਚਾਹੁੰਦੇ ਹਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਉਹਨਾਂ ਦਾ ਕੈਂਡੀਡੇਟ ਕੌਣ ਹੈ। ਅਗਰ ਅਸੀਂ ਟੌਪ ਦੇ ਜਦੋਂ ਵਕੀਲਾਂ ਦੀ ਗੱਲ ਕਰੀਏ ਤਾਂ ਤੁਹਾਡਾ ਨਾਮ ਆ ਜਾਂਦਾ ਵਿੱਚ, ਕਿ ਐਡਵੋਕੇਟ ਬਿਕਰਮ ਸਿੰਘ ਸਿੱਧੂ ਬੜੇ ਜਾਣੇ ਮਾਨੇ। ਤੁਸੀਂ ਅਗਰ ਉਹ ਲੀਗਲ ਫੈਟਰਨਿਟੀ ਦੇ ਵਿੱਚ ਦੇਖੀਏ ਤਾਂ, ਤੇ ਤੁਸੀਂ ਸਾਨੂੰ ਦੱਸੋ ਕਿਵੇਂ ਸ਼ੁਰੂਆਤ ਹੋਈ ਤੁਹਾਡੀ ਸਕੂਲਿੰਗ ਬਾਰੇ, ਸਟੱਡੀ ਬਾਰੇ, ਤੇ ਲੁਧਿਆਣੇ ਦੇ ਨਾਲ ਕਿਵੇਂ ਤੁਹਾਡਾ ਨਾਤਾ? ਦੇਖੋ, ਮੇਰਾ ਜਨਮ ਜਿਹੜਾ ਆ ਉਹ ਪੰਜਾਬ ਦੇ ਇੱਕ
ਪਿੰਡ ਦੇ ਨਾਲ ਸੰਬੰਧਿਤ ਕਿਸਾਨ ਫੈਮਿਲੀ ਦੇ ਵਿੱਚ ਹੋਇਆ ਤੇ ਮੁੱਢਲੀ ਐਜੂਕੇਸ਼ਨ ਜਿਹੜੀ ਆ 10ਵੀਂ ਤੱਕ ਮੈਂ ਪਿੰਡ ਦੇ ਸਕੂਲ ਚੋਂ ਲਈ। ਪਿੰਡ ਕਿਹੜਾ ਤੁਹਾਡਾ? ਪਿੰਡ ਸਾਡਾ ਗੋਰਸੀਆਂ ਨਿਹਾਲ ਜੀ। ਠੀਕ ਹੈ ਜੀ। ਇਹ ਜਲੰਧਰ ਡਿਸਟ੍ਰਿਕਟ ਦੇ ਵਿੱਚ ਪੈਂਦਾ, ਫਲੋਰ ਤੋਂ ਜਸਟ 20 ਕਿਲੋਮੀਟਰਸ ਦੀ ਦੂਰੀ ਤੇ ਆ। ਔਰ ਜੋ ਪਿੰਡਾਂ ਦੀਆਂ ਮੁਸੀਬਤਾਂ ਸਮੱਸਿਆਵਾਂ ਹੁੰਦੀਆਂ ਨੇ ਉਹ ਅਸੀਂ ਅੱਜ ਵੀ ਦੇਖ ਰਹੇ ਹਾਂ ਕਿ ਜਿਉਂਦੀਆਂ ਤਿਉਂ ਨੇ ਪਿਛਲੇ 25-30 ਸਾਲਾਂ ਤੋਂ ਸਾਨੂੰ ਕੋਈ ਵੀ ਸੁਧਾਰ ਹੁੰਦਾ ਨਹੀਂ ਦਿਸਿਆ। ਐਨੀ ਹੋ ਮੈਂ 10ਵੀਂ ਕਲਾਸ ਤੱਕ ਉੱਥੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਮੈਂ ਲੁਧਿਆਣਾ ਸ਼ਹਿਰ ਦੇ ਵਿੱਚ ਆ ਕੇ ਇੱਥੇ ਗਵਰਨਮੈਂਟ ਕਾਲਜ ਦੇ ਵਿੱਚ ਆਪਣੀ ਹਾਇਰ ਐਜੂਕੇਸ਼ਨ ਲਈ। ਉਸ ਤੋਂ ਬਾਅਦ ਮੈਂ LLB ਜਿਹੜੀ ਆ ਉਹ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੈਂਪਸ ਤੋਂ ਪਾਸ ਕੀਤੀ। ਔਰ ਉਸ ਤੋਂ ਬਾਅਦ ਮੈਂ ਆਪਣਾ ਲੁਧਿਆਣਾ ਸ਼ਹਿਰ ਦੇ ਵਿੱਚ ਪਾਲਣ ਪੋਸ਼ਣ ਲਈ, ਜੀਵਨ ਪਾਲਣ ਪੋਸ਼ਣ ਲਈ ਮੈਂ ਆਪਣਾ ਇੱਥੇ ਪ੍ਰੈਕਟਿਸ ਸਟਾਰਟ ਕੀਤੀ। ਔਰ ਗੁਰੂ ਮਹਾਰਾਜ ਦੀ ਕਿਰਪਾ ਨਾਲ, ਪ੍ਰਮਾਤਮਾ ਦੀ ਕਿਰਪਾ ਦੇ ਨਾਲ ਔਰ ਸਾਰੇ ਸਹਿਯੋਗ ਦੇ ਨਾਲ, ਲੋਕਾਂ ਦੇ ਸਹਿਯੋਗ ਦੇ ਨਾਲ ਬਹੁਤ ਵਧੀਆ ਢੰਗ ਨਾਲ ਆਪਣਾ ਸਾਫ਼ ਸੁਥਰੇ ਢੰਗ ਦੇ ਨਾਲ ਆਪਣਾ ਜੀਵਨ ਬਸਰ ਕਰ ਰਹੇ ਹੋ, ਆਪਣਾ ਪਰਿਵਾਰ ਪਾਲ ਰਹੇ ਹੋ ਔਰ ਕਮਾਈ ਕਰ ਰਹੇ ਹੋ। ਤੁਸੀਂ ਜਿਹੜਾ ਆਏ ਵਕਾਲਤ ਕੀਤੀ ਕੀ ਫੈਮਿਲੀ ਬੈਕਗ੍ਰਾਉਂਡ ਸੀ ਜਾਂ ਕਿਵੇਂ ਤੁਹਾਡਾ ਮਨ ਬਣਿਆ ਇੱਧਰ ਆਉਣ? ਨਹੀਂ ਜੀ, ਮੇਰੀ ਫੈਮਿਲੀ ਦੇ ਵਿੱਚ ਕੋਈ ਵੀ ਵਕੀਲ ਨਹੀਂਗਾ। ਮੇਰੇ 2 ਬ੍ਰਦਰ ਨੇ, ਦੋਵੇਂ ਫੋਰਨ ਕੰਟਰੀ ਰਹਿੰਦੇ ਨੇ। ਔਰ ਨਾ ਸਾਡੀ ਫੈਮਿਲੀ ਦੇ ਵਿੱਚ ਕੋਈ ਵਕਾਲਤ ਵਜੋਂ ਬੈਕਗ੍ਰਾਉਂਡ ਹੈ ਤੇ ਨਾ ਹੀ ਸਾਡੀ ਫੈਮਿਲੀ ਦੇ ਵਿੱਚ ਕੋਈ ਪੋਲੀਟੀਕਲ ਲੀਡਰ ਵਜੋਂ ਬੈਕਗ੍ਰਾਉਂਡ ਆ ਜੀ। ਸੋ ਅਸੀਂ ਤਾਂ ਫਸਟ ਹੈਂਡ ਹੀ ਜਿਹੜੀਆਂ ਵਕਾਲਤ ਵਿੱਚ ਸੀ ਤੇ ਐਜ ਏ ਸਮਾਜਿਕ ਪਰਸਨ, ਐਜ ਏ ਸੋਸ਼ਲ ਪਰਸਨ ਸਾਡਾ ਇਸ ਪੋਲਿਟਿਕਸ ਦੇ ਖੇਤਰ ਦੇ ਵਿੱਚ ਵੀ ਮੈਂ ਸਮਝਦਾ ਕਿ ਮੈਂ ਸਾਰੇ ਆਪਣੇ ਪਰਿਵਾਰ ਦੇ ਵਿੱਚੋਂ ਵੀ ਕੀ ਰਿਸ਼ਤੇਦਾਰਾਂ ਦੇ ਵਿੱਚੋਂ ਵੀ ਮੈਂ ਫਸਟ ਹੀ ਹਾਂ। ਸੋ ਸਾਡਾ ਪੋਲੀਟੀਕਲ ਕੋਈ ਪਿਛੋਕੜ ਨਹੀਂਗਾ ਤੇ ਮੈਂ ਸਮਝਦਾ ਕਿ ਪੋਲੀਟੀਕਲ ਪਿਛੋਕੜ ਜਿਹੜਾ ਆ ਉਹ ਕਿਸੇ ਦੀ ਵੀ ਘਰੇਲੂ ਜਾਇਦਾਦ ਨਹੀਂ ਹੁੰਦੀ। ਜੋ ਕਿ ਸਾਡੇ ਅੱਜ ਦੇਸ਼ ਦੇ ਵਿੱਚ ਪਰਿਵਾਰਵਾਦ ਦਾ ਸਿਸਟਮ ਚੱਲਿਆ ਹੋਇਆ। ਕਾਂਗਰਸ ਪਾਰਟੀ ਦੇ ਵਿੱਚ ਜਿਵੇਂ ਕਹਿੰਦੇ ਆ ਕਿ ਫੈਮਿਲੀ ਗਾਂਧੀ ਪਰਿਵਾਰ ਆ ਤੇ ਉਹ ਸਾਰੇ ਦੇਸ਼ ਦਾ ਖਹਿੜਾ ਛੱਡਣ ਦਾ ਨਾਂ ਨਹੀਂ ਲੈ ਰਹੇ। ਇਸੇ ਤਰ੍ਹਾਂ ਇਹ ਬਾਦਲ ਪਰਿਵਾਰ ਆ, ਉਹ ਵੀ ਖਹਿੜਾ ਛੱਡਣ ਦਾ ਨਾਂ ਨਹੀਂ ਲੈ ਰਹੇ। ਇਹ ਕਿਸੇ ਦੀ ਘਰੇਲੂ ਅਜਾਰੇਦਾਰੀ ਨਹੀਂ ਹੁੰਦੀ, ਇਹ ਸਮਾਜ ਸੇਵਾ ਆ। ਮੈਂ ਸਮਝਦਾ ਕਿ ਇਸ ਖੇਤਰ ਦੇ ਵਿੱਚ ਆ ਕੇ ਸਗੋਂ ਜੀਵਨ ਦੀਆਂ ਹੋਰ ਜਿਹੜੀਆਂ ਤੁਹਾਡੀਆਂ ਰਿਸਪੌਂਸਿਬਿਲਟੀਜ਼, ਅਕਾਊਂਟੇਬਿਲਟੀ ਤੁਹਾਡੀ ਹੋਰ ਵੱਧਦੀ ਹੈ ਸਮਾਜ ਪ੍ਰਤੀ। ਮੇਰਾ ਸਵਾਲ ਵੀ ਮੇਰੇ ਜ਼ਿਹਨ ਦੇ ਵਿੱਚ ਇਹੀ ਆ ਰਿਹਾ ਸੀ ਵੀ ਤੁਹਾਡੀ ਇੰਨੀ ਸੋਹਣੀ ਵਕਾਲਤ ਚੱਲ ਰਹੀ ਸੀਗੀ, ਤੁਹਾਡੇ ਕੋਲ ਸਵੇਰ ਤੋਂ ਲੈ ਕੇ ਰਾਤ ਤੱਕ ਮੈਂ ਦੇਖਦਾ ਵੀ ਜੇ ਅਸੀਂ ਕਚਹਿਰੀਆਂ 'ਚ ਗੱਲ ਕਰੀਏ ਤਾਂ ਬੜਾ ਸੋਹਣਾ ਤੁਹਾਡਾ ਨਾਮ ਹੈਗਾ ਤੇ ਲੋਕ ਤੁਹਾਡੇ ਕੋਲ ਆਉਂਦੇ ਨੇ, ਤੁਸੀਂ ਉਹਨਾਂ ਦੇ ਕੇਸ ਲੜਦੇ ਹੋ ਤੇ ਉਹ ਸਾਰਾ ਕੁਝ ਮਤਲਬ ਉਹਦੇ ਨਾਲ ਤੁਸੀਂ ਇਸ ਸਿਆਸਤ ਦੇ ਵਿੱਚ ਕੀ ਤੁਹਾਡੇ ਮਤਲਬ ਆਇਆ ਮਨ ਦੇ ਵਿੱਚ? ਤੁਹਾਡੀ ਗੱਲ ਬਿਲਕੁਲ ਸਹੀ ਆ ਕਿ ਜਿਵੇਂ ਲੋਕ ਕਹਿੰਦੇ ਕਿ ਇਹਦੇ ਕੋਲ ਕੰਨ ਖੁਰਕਣ ਦਾ ਟਾਈਮ ਨਹੀਂ ਤੇ ਮੇਰੇ ਕੋਲ ਵੀ ਪ੍ਰਮਾਤਮਾ ਦੀ ਕਿਰਪਾ ਨਾਲ ਇਸ ਤਰ੍ਹਾਂ ਵਕਤ ਨਹੀਂ ਹੈਗਾ। ਔਰ ਅੱਜ ਵੀ ਦੇਖੋ 3 ਦਿਨ ਸਾਡੀ ਟਿਕਟ ਅਨਾਉਂਸ ਹੋਏ ਨੂੰ ਹੋ ਗਏ ਤੇ ਅੱਜ ਵੀ ਮੈਂ ਆਪਣੇ ਕੋਰਟ ਦੇ ਵਿੱਚ ਜਾ ਕੇ 5 ਕੋਰਟਾਂ ਦੇ ਵਿੱਚ ਆਰਗੂਮੈਂਟ ਕਰਨ ਤੋਂ ਬਾਅਦ ਮੈਂ ਇੱਥੇ ਦੁਬਾਰਾ ਆਇਆ। ਦੇਖੋ ਸਭ ਤੋਂ ਪਹਿਲੀ ਤਾਂ ਗੱਲ ਇਹ ਆ ਕਿ ਪੋਲਿਟਿਕਸ ਤੁਹਾਡਾ ਧੰਦਾ ਨਹੀਂ ਹੋਣਾ ਚਾਹੀਦੀ ਪੰਜਾਬ 'ਚ ਬਹੁਤੇ ਲੋਕਾਂ ਦਾ ਹੈ। ਜੋ ਅੱਜ ਪੰਜਾਬ ਦੇ ਵਿੱਚ ਚਾਹੇ ਅਕਾਲੀ ਦਲ ਦੀ ਗੱਲ ਕਰੋ ਤੇ ਚਾਹੇ ਕਾਂਗਰਸ ਪਾਰਟੀ ਦੀ ਕਰੋ, ਦੋਵਾਂ ਪਾਰਟੀਆਂ ਨੇ ਪੋਲਿਟਿਕਸ ਨੂੰ, ਰਾਜਨੀਤੀ ਨੂੰ ਆਪਣਾ ਧੰਦਾ ਬਣਾ ਚੁੱਕਿਆ। ਔਰ ਜੇਕਰ ਕਿਸੇ ਵੀ ਲੀਡਰ ਨੂੰ ਪੁੱਛੋ ਵੀ ਤੇਰੀ ਕਰੋੜਾਂ ਰੁਪਏ ਦੀ ਸੰਪਤੀ ਕਿੱਥੋਂ ਬਣੀ ਤਾਂ ਉਹ ਹੱਸਣ ਲੱਗ ਪੈਂਦਾ ਕਿ ਉਹ ਕੰਮ ਧੰਦਾ ਤਾਂ ਹੁੰਦਾ ਕੋਈ ਨਹੀਂ। ਜਿਸ ਦੀਆਂ ਖਾਸ ਤੌਰ ਤੇ ਐਗਜ਼ਾਮਪਲਾਂ ਸਾਡੇ ਸ਼ਹਿਰ ਲੁਧਿਆਣਾ ਵਿੱਚ ਵੀ ਨੇ ਜਿਨ੍ਹਾਂ ਦਾ ਕੋਈ ਕਾਰੋਬਾਰ ਨਹੀਂ ਲੇਕਿਨ ਅਰਬਾਂ ਰੁਪਏ ਦੀ ਜਾਇਦਾਦ ਉਹਨਾਂ ਨੇ ਲੁਧਿਆਣਾ ਸ਼ਹਿਰ ਵਿੱਚ ਵੀ ਬਣਾਈ। ਅਰਬਾਂ ਰੁਪਏ ਦੀ ਜਾਇਦਾਦ ਜਿਹੜੀ ਆ ਫੋਰਨ ਕੰਟਰੀਆਂ ਵਿੱਚ ਬੇਨਾਮੀ ਵੀ ਬਣਾਈ। ਔਰ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਪਿਛਲੇ 4-5 ਸਾਲਾਂ ਤੋਂ ਮੈਂ ਸਮਾਜ ਦੀਆਂ ਸਮੱਸਿਆਵਾਂ ਵੱਲ ਖਾਸ ਤੌਰ ਤੇ ਧਿਆਨ ਦੇਣਾ ਸ਼ੁਰੂ ਕੀਤਾ ਤੇ ਮੈਂ ਸਮਝਿਆ ਕਿ ਦੇਖੋ ਸਾਨੂੰ ਆਪਣਾ ਜੀਵਨ ਜਿਹੜਾ ਆ ਉਹ ਐਗਜ਼ਿਸਟ ਕਰਨ ਲਈ, ਉਹ ਆਪਣੇ ਕਮਾਈ ਲਈ, ਆਪਣਾ 10-9 ਦੀ ਕਮਾਈ ਕਰਕੇ ਪਰਿਵਾਰ ਪਾਲਣ ਲਈ, ਆਪਣੇ ਜੀਵਨ ਨੂੰ ਵਧੀਆ ਬਣਾਉਣ ਲਈ ਉਹ ਸਾਡਾ ਇੱਕ ਪਰਿਵਾਰਕ ਇਸ਼ੂ ਆ, ਉਸ ਨੂੰ ਜ਼ਰੂਰ ਕਰਨਾ ਚਾਹੀਦਾ। ਪਰ ਇਸ ਧਰਤੀ ਤੇ ਜਿਸ ਪ੍ਰਮਾਤਮਾ ਨੇ ਸਾਨੂੰ ਜਨਮ ਦੇ ਕੇ ਭੇਜਿਆ ਇਸ ਸਮਾਜ ਦੇ ਵਿੱਚ ਜਿੱਥੋਂ ਅਸੀਂ ਆਪਣੇ ਪਾਲਣ ਪੋਸ਼ਣ ਨੂੰ ਵੱਡਾ ਕੀਤਾ, ਕਮਾਈ ਕੀਤੀ, ਉਸ ਸਮਾਜ ਪ੍ਰਤੀ ਵੀ ਸਾਡੀਆਂ ਜ਼ਿੰਮੇਵਾਰੀਆਂ ਬਣਦੀਆਂ ਨੇ, ਸਾਡੀਆਂ ਰਿਸਪੌਂਸਿਬਿਲਟੀਜ਼ ਬਣਦੀਆਂ ਨੇ। ਜਦੋਂ ਮੈਂ ਲੁਧਿਆਣਾ ਸ਼ਹਿਰ ਦੇ ਵਿੱਚ ਪਿਛਲੇ 2017 ਤੋਂ ਕਾਂਗਰਸ ਪਾਰਟੀ ਪਾਵਰ ਵਿੱਚ ਆਈ ਤੇ ਮੈਂ ਚੰਗੀ ਤਰ੍ਹਾਂ ਵੇਖਣਾ ਸ਼ੁਰੂ ਕੀਤਾ ਵੀ ਲੁਧਿਆਣਾ ਸ਼ਹਿਰ ਦੇ ਨਾਲ ਕੀ ਹੋ ਰਿਹਾ, ਪੰਜਾਬ ਦੇ ਨਾਲ ਕੀ ਹੋ ਰਿਹਾ। ਉਹ ਜਿਵੇਂ ਕਹਿੰਦੇ ਨਵੀਂ ਸ਼ਰਾਬ, ਪੁਰਾਣੀ ਸ਼ਰਾਬ, ਕਦੇ ਨਵੀਂ ਬੋਤਲ 'ਚ, ਕਦੇ ਬੋਤਲ ਪੁਰਾਣੀ, ਕਦੇ ਬੋਤਲ ਨਵੀਂ, ਉਹ ਕੁਛ ਪੰਜਾਬ ਨਾਲ ਹੋ ਰਿਹਾ। ਕਦੇ ਅਕਾਲੀ ਦਲ ਬਾਹਰ, ਕਦੇ ਅਕਾਲੀ ਦਲ ਅੰਦਰ, ਕਦੇ ਕਾਂਗਰਸ ਪਾਰਟੀ ਬਾਹਰ, ਕਦੇ ਕੁਛ ਅੰਦਰ। ਕਹਿਣ ਦਾ ਭਾਵ ਕਰਪਸ਼ਨ ਦਾ ਦੌਰ ਇਦਾਂ ਜਾਰੀ ਰਿਹਾ। ਔਰ ਜਦੋਂ ਮੈਂ ਦੇਖਣਾ ਸ਼ੁਰੂ ਕੀਤਾ ਕਿ ਜਿਵੇਂ ਸ਼੍ਰੋਮਣੀ ਅਕਾਲੀ ਦਲ ਆ, ਸੁਖਬੀਰ ਸਿੰਘ ਬਾਦਲ ਜੀ ਦੇਖੋ ਪਹਿਲਾਂ ਬੜੀਆਂ ਐਵੇਂ 5-7 ਬੱਸਾਂ ਹੁੰਦੀਆਂ ਸੀ, ਅੱਜ 700-800 ਬੱਸ ਆ। ਔਰ ਕਿਸੇ ਵੀ ਟਰਾਂਸਪੋਰਟਰ ਨੇ ਇੰਨੀ ਤਰੱਕੀ ਨਹੀਂ ਕੀਤੀ। ਉਹਨਾਂ ਦੇ ਕਈ ਹੋਟਲ ਵੀ ਬਣ ਗਏ ਔਰ ਕਈ 100 ਏਕੜ ਜ਼ਮੀਨ ਵੀ ਬਣ ਗਈ, ਫੋਰਨ ਕੰਟਰੀਆਂ ਵਿੱਚ ਵੀ ਸੰਪਤੀ ਬਣ ਗਈ। ਇਹ ਸਾਰਾ ਕੁਝ ਕਿੱਥੋਂ ਆਇਆ?
ਜਦੋਂ ਅਸੀਂ ਅਕਾਊਂਟੇਬਿਲਟੀ ਰਿਸਪੌਂਸਿਬਿਲਟੀ ਬਾਰੇ ਪੁੱਛਦੇ ਹਾਂ ਤੇ ਜਵਾਬ ਅੱਗੋਂ ਆਉਂਦਾ ਆਪਾਂ ਹੱਸ ਕੇ ਦਿਖਾਓ ਤੇ ਪਾਰ ਜਾਓ, ਕਿਉਂਕਿ ਸਾਰਿਆਂ ਨੂੰ ਪਤਾ ਹੁੰਦਾ ਕਿ ਇਹ ਸਮਾਨ ਕਿਵੇਂ ਬਣਿਆ। ਇਸੇ ਹੀ ਤਰ੍ਹਾਂ ਸਾਡੇ ਸ਼ਹਿਰ ਦੇ ਵਿੱਚ ਕਾਂਗਰਸ ਪਾਰਟੀ ਨੇ ਵੀ ਕਰਪਸ਼ਨ ਦੀਆਂ ਹੱਦਾਂ ਬੰਨਾਂ ਜਿਹੜੇ ਨੇ ਸਾਰੇ ਪਾਰ ਕਰਤੇ। ਸਮਾਰਟ ਸਿਟੀ ਦੇ ਪ੍ਰੋਜੈਕਟ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਲੁਧਿਆਣੇ ਵਾਸਤੇ ਕਰੋੜਾਂ ਅਰਬਾਂ ਰੁਪਏ ਦਿੱਤੇ। 2015 ਤੋਂ ਇੱਥੇ ਵਿਕਾਸ ਹੋਣਾ ਸ਼ੁਰੂ ਹੋਇਆ, ਪਰ ਉਹਦੇ ਵਿੱਚੋਂ ਵੀ ਮੇਰਾ ਇਹ ਮੰਨਣਾ ਆ ਕਿ 80 ਪੈਸੇ ਜਿਹੜੇ ਨੇ ਉਹ ਕਰਪਸ਼ਨ ਦੇ ਵਿੱਚ ਬਾਹਰ ਨਿਕਲ ਗਏ, ਔਰ ਜਿਹਦੇ ਵਿੱਚੋਂ ਸਿਰਫ 20 ਪੈਸੇ ਲੱਗੇ। ਔਰ ਬਾਕੀ ਜਿੰਨੀਆਂ ਟਰਸਟ ਦੀਆਂ ਪ੍ਰਾਪਰਟੀਆਂ ਨੇ, ਸਾਡੇ ਬਾਲਾ ਸੁਬਰਾਮਨੀਅਮ ਜੀ ਰਿਸਪੈਕਟਡ ਜਿਹੜੇ ਚੇਅਰਮੈਨ ਨੇ ਟਰਸਟ ਦੇ, ਉਹ ਵੀ ਚਹੇਤੇ ਨੇ ਭਾਰਤ ਭੂਸ਼ਣ ਆਸ਼ੂ ਜੀ ਦੇ, ਉਹਨਾਂ ਨਾਲ ਮਿਲ ਕੇ ਸਾਰੇ ਟਰਸਟ ਦੀਆਂ ਪ੍ਰਾਪਰਟੀਆਂ ਜਿਹੜੀਆਂ ਕਰੋੜਾਂ ਅਰਬਾਂ ਰੁਪਏ ਦੀਆਂ ਸੀ, ਕੌਡੀਆਂ ਦੇ ਭਾਅ ਆਪਣੇ ਚਹੇਤਿਆਂ ਨੂੰ ਦਿੱਤੀਆਂ। ਇਹ ਸਾਰੀ ਕਰਪਸ਼ਨ ਦਾ ਦੌਰ ਦੇਖਿਆ, ਡਰੱਗ ਮਾਫੀਆ ਦਾ ਪੰਜਾਬ ਦੇ ਵਿੱਚ ਦੌਰ ਦੇਖਿਆ, ਇਲੀਗਲ ਮਾਈਨਿੰਗ ਦਾ ਦੌਰ ਦੇਖਿਆ। ਔਰ ਸ਼ਹਿਰ ਜਿਹੜਾ ਆ ਜਿਉਂ ਦਾ ਤਿਉਂ ਸਮੱਸਿਆਵਾਂ ਦੇ ਨਾਲ, ਟ੍ਰੈਫਿਕ ਦੀ ਸਮੱਸਿਆ ਦੇ ਨਾਲ, ਆਪਣੇ ਕੂੜੇ ਦੀ ਸਮੱਸਿਆ ਦੇ ਨਾਲ, ਗੰਦਗੀ ਦੀ ਸਮੱਸਿਆ ਦੇ ਨਾਲ, ਬੁੱਢੇ ਨਾਲੇ ਦੀ ਸਮੱਸਿਆ ਦੇ ਨਾਲ ਇਸ ਤਰ੍ਹਾਂ ਝੂੰਝਦਾ ਦੇਖਿਆ ਪਿਛਲੇ 30 ਸਾਲਾਂ ਤੋਂ। ਤੇ ਇਹਨਾਂ ਸਾਰੀਆਂ ਹੀ ਪ੍ਰੋਬਲਮਸ ਨੇ ਮੈਨੂੰ ਟੱਚ ਕੀਤਾ ਔਰ ਮੈਨੂੰ ਆਪਣੀ ਰਿਸਪੌਂਸਿਬਿਲਟੀ ਤੋਂ ਜਗਾਇਆ ਕਿ ਤੇਰੀ ਵੀ ਸਮਾਜ ਪ੍ਰਤੀ, ਭਾਵੇਂ ਤੁਸੀਂ ਪੜ੍ਹੇ ਲਿਖੇ ਜਿੰਨੇ ਮਰਜ਼ੀ ਹੋ ਔਰ ਜਿੰਨਾ ਵਧੀਆ ਮਰਜ਼ੀ ਪ੍ਰੋਫੈਸ਼ਨ ਚੱਲਦਾ, ਪਰ ਤੁਹਾਡੀ ਸਮਾਜ ਪ੍ਰਤੀ ਇੱਕ ਰਿਸਪੌਂਸਿਬਿਲਟੀ ਬਣਦੀ ਹੈ ਕਿ ਤੁਸੀਂ ਸਮਾਜ ਦੇ ਵਿੱਚ ਸੁਧਾਰ ਕਰੋ। ਔਰ ਜਿਹੜੇ ਲੋਕਾਂ ਨੇ ਇਹਦੇ ਤੇ ਉੱਪਰ ਕਬਜ਼ਾ ਕੀਤਾ ਹੋਇਆ ਆ, ਜਿਵੇਂ ਕਿ ਅੱਜ ਵੀ ਕਈ ਮੀਡੀਆ ਵਾਲੇ ਸਵਾਲ ਪੁੱਛਦੇ ਨੇ ਕਿ ਭਾਰਤ ਭੂਸ਼ਣ ਆਸ਼ੂ ਜੀ ਦਾ ਲੁਧਿਆਣੇ ਤੇ ਕਬਜ਼ਾ, ਇਹ ਅਮਰੀਸ਼ਪੁਰੀ ਦਾ ਦੌਰ ਨਹੀਂਗਾ। ਅੱਜ ਡੈਮੋਕ੍ਰੇਸੀ ਦਾ ਪੰਜਾਬ ਦੇ ਵਿੱਚ ਰਾਜ ਹੋਣਾ ਚਾਹੀਦਾ, ਜਿਹੜਾ ਕਿ ਲੋਕ ਇਨਸਿਕਿਉਰਿਟੀ ਇੱਥੇ ਲਾਅ ਐਂਡ ਆਰਡਰ ਦੀ ਪ੍ਰੋਬਲਮ ਕਰਕੇ ਫੀਲ ਕਰ ਰਹੇ ਨੇ, ਉਹ ਦੂਰ ਹੋਣੀ ਚਾਹੀਦੀ ਆ। ਇਹਨਾਂ ਸਾਰੀਆਂ ਸਮੱਸਿਆਵਾਂ ਨੇ ਸਾਨੂੰ ਆਪਣੀ ਨੀਂਦ ਤੋਂ ਜਗਾਇਆ। ਮੈਂ ਤਾਂ ਇਹੋ ਹੀ ਕਹਾਂਗਾ, ਕਿਉਂਕਿ ਕੁਝ ਲੋਕ ਕਹਿੰਦੇ ਆ ਨਾ ਕਿ ਪੜ੍ਹਿਆਂ ਲਿਖਿਆਂ ਦੀ ਰਾਜਨੀਤੀ ਜਿਹੜੀ ਆ ਉਹ ਸਿਸਟਮ ਨਹੀਂ ਹੈਗਾ, ਇਹ ਉਹਨਾਂ ਲੋਕਾਂ ਦਾ ਵੀ ਜਿਹੜੇ 10.5 ਪੜ੍ਹੇ ਹੋਣ। ਤੇ ਪਰ ਮੈਂ ਸਮਝਿਆ ਕਿ ਨਹੀਂ, ਸਾਨੂੰ ਵੀ ਸਾਰੇ ਪੜ੍ਹੇ ਲਿਖੇ ਵਰਗ ਨੂੰ, ਜੋ ਕਿ ਲੁਧਿਆਣੇ ਦੇ ਵਿੱਚ ਅੱਜ 100% ਲੋਕ ਜਿਹੜੇ ਨੇ ਪੜ੍ਹੇ ਲਿਖੇ ਨੇ, ਅੱਗੇ ਆਉਣਾ ਚਾਹੀਦਾ। ਔਰ ਸਾਨੂੰ ਆਪਣੇ ਦੇਸ਼ ਦੀ, ਆਪਣੇ ਪੰਜਾਬ ਦੀ ਬਾਗਡੋਰ ਸੰਭਾਲਣੀ ਚਾਹੀਦੀ ਆ। ਔਰ ਜਿਹੜੇ ਲੋਕ ਕਰਪਸ਼ਨ ਕਰਕੇ ਆਪਣੇ ਘਰ ਭਰ ਰਹੇ ਨੇ, ਉਹਨਾਂ ਤੋਂ ਸ਼ਹਿਰ ਨੂੰ ਨਿਜਾਤ ਦਿਵਾਉਣੀ ਚਾਹੀਦੀ ਹੈ। ਠੀਕ ਹੈ, ਤੁਸੀਂ ਨੀਂਦ ਤੋਂ ਜਾਗ ਗਏ, ਪਰ ਬੀਜੇਪੀ ਹੀ ਕਿਉਂ? ਤੁਸੀਂ ਬੀਜੇਪੀ ਨੂੰ ਹੀ ਕਿਉਂ ਚੁਣਿਆ ਰਸਤਾ? ਬਿਲਕੁਲ, ਤੁਹਾਡਾ ਇਹ ਜਿਹੜਾ ਸਵਾਲ ਆ ਬਹੁਤ ਹੀ ਅਹਿਮ ਤੇ ਇੰਪੋਰਟੈਂਟ ਕੁਐਸਚਨ ਆ, ਕਿਉਂਕਿ ਤੁਸੀਂ ਦੇਖੋ 1947 ਦੇ ਵਿੱਚ ਸਾਡਾ ਦੇਸ਼ ਆਜ਼ਾਦ ਹੋਇਆ, ਜਦੋਂ ਤੋਂ ਲੈ ਕੇ ਕਾਂਗਰਸ ਪਾਰਟੀ ਨੇ ਦੇਸ਼ ਤੇ ਕਬਜ਼ਾ ਕਰ ਰੱਖਿਆ ਸੀ। ਔਰ ਦੇਸ਼ ਦੇ ਵਿੱਚ ਕਬਜ਼ਾ ਕਰ ਰੱਖਿਆ, ਉਹਦੇ ਨਾਲ ਇੱਕ ਪਰਿਵਾਰ ਜਿਹੜਾ ਸੀ, ਨਹਿਰੂ ਪਰਿਵਾਰ, ਗਾਂਧੀ ਪਰਿਵਾਰ, ਉਹਦਾ ਕਬਜ਼ਾ ਇੱਕ ਨਾਲ ਦੀ ਨਾਲ ਚੱਲਦਾ ਰਿਹਾ। ਅੱਜ ਵੀ ਉਹਨਾਂ ਦਾ ਕਬਜ਼ਾ ਆ। ਸੋ ਉਹਨਾਂ ਦਾ ਜਿਹੜਾ ਕਬਜ਼ਾ ਸੀ, ਉਸ ਕਬਜ਼ੇ ਦੇ ਨਾਲ ਹੋਇਆ ਕਿ ਕਾਂਗਰਸ ਪਾਰਟੀ ਨੇ ਦੇਸ਼ ਦੇ ਵਿੱਚ ਇਹੋ ਜਿਹੇ ਸਕੈਮ ਸਾਹਮਣੇ ਆਏ, ਚਾਹੇ ਪੈਟਰੋਲੀਅਮ ਸਕੈਮ ਹੋਵੇ, ਚਾਹੇ ਕੋਇਲ ਦਾ ਸਕੈਮ ਹੋਵੇ, ਚਾਹੇ ਆਪਣੇ ਵਾਡਰਾ ਜੀ ਦਾ ਗੜਗਾਉਂ ਦੀ ਲੈਂਡ ਦਾ ਸਕੈਮ ਹੋਵੇ, ਕੀ ਨਹੀਂ ਕੀਤਾ। ਔਰ ਪੰਜਾਬ ਦੇ ਵਿੱਚ ਚਾਹੇ ਫੂਡ ਦਾ ਸਕੈਮ ਹੋਵੇ, ਚਾਹੇ ਮੰਡੀਆਂ ਦੇ ਟੈਂਡਰਾਂ ਦਾ ਸਕੈਮ ਹੋਵੇ, ਤੇ ਭਾਰਤ ਭੂਸ਼ਣ ਆਸ਼ੂ ਜੀ ਨੇ ਵੀ ਖੁੱਲ੍ਹ ਕੇ ਜਾਣ ਕੇ ਸਮਾਨ ਇਕੱਠਾ ਕੀਤਾ। ਲੋਕ ਕਹਿੰਦੇ ਨੇ, ਲੋਕਾਂ ਕੋਲੋਂ ਸੁਣਿਆ, ਮੀਡੀਆ ਕੋਲੋਂ ਸੁਣਿਆ ਇਸ ਬਾਬਤ। ਔਰ ਜੋ ਗੁੰਡਾਗਰਦੀ ਦਾ ਨਾਚ ਆ, ਉਹ ਸਾਰਾ ਸ਼ਹਿਰ ਦੇ ਵਿੱਚ ਸਾਹਮਣੇ ਆ। ਕਹਿਣ ਦਾ ਭਾਵ, ਇਸ ਪਾਰਟੀ ਨੇ, ਕਾਂਗਰਸ ਪਾਰਟੀ ਜਿਹੜੀ ਸੀ, ਉਹ ਉਸ ਕਰਪਸ਼ਨ ਦੇ ਵਿੱਚ ਬੜੀ ਗ੍ਰਸਤ ਤੇ ਵਿਅਸਤ ਸੀ। ਇਸ ਕਰਕੇ ਮੇਰਾ ਮਨ ਸੀ ਕਿ ਕਾਂਗਰਸ ਪਾਰਟੀ ਵਾਲੇ ਪਾਸੇ ਬਿਲਕੁਲ ਨਹੀਂ ਜਾਣਾ ਚਾਹੀਦਾ, ਸਮਾਜ ਦਾ ਸੁਧਾਰ ਨਹੀਂ ਕਰ ਸਕਦੀ, ਕਿਉਂਕਿ ਬਹੁਤ ਬੁਰੀ ਤਰ੍ਹਾਂ ਇਸ ਚੱਕਰ ਦੇ ਵਿੱਚ ਫਸੇ ਹੋਏ ਨੇ ਜਿਹੜਾ ਕਰਪਸ਼ਨ ਦਾ ਔਰ ਗੁੰਡਾਗਰਦੀ ਦਾ ਸਿਸਟਮ ਆ। ਔਰ ਦੂਸਰੀ ਰਹੀ ਗੱਲ ਸ਼੍ਰੋਮਣੀ ਅਕਾਲੀ ਦਲ, ਉਹ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ, ਹੁਣ ਵਾਰ-ਵਾਰ ਕਹਿਣ ਨਾਲ ਕੋਈ ਜ਼ਿਆਦਾ ਨਹੀਂ ਹੋ ਜਾਂਦਾ ਵੀ ਕਿਸ ਨੀਅਤ ਦੇ ਔਰ ਕਿਸ ਮਲਕੀਅਤ ਦੇ ਉਹ ਮਾਲਕ ਨੇ। ਵਾਹਦ ਇੱਕ ਭਾਰਤੀ ਜਨਤਾ ਪਾਰਟੀ ਆ ਸਾਡੇ ਦੇਸ਼ ਦੇ ਵਿੱਚ, ਜਿਨ੍ਹਾਂ ਦਾ ਤੁਸੀਂ ਇੱਕ ਚੀਜ਼ ਦੇਖੋ ਕਿ 2014 ਤੋਂ ਸਾਡੇ ਰਿਸਪੈਕਟਡ ਪ੍ਰਾਈਮ ਮਿਨਿਸਟਰ ਆਫ ਇੰਡੀਆ ਨਰਿੰਦਰ ਮੋਦੀ ਜੀ ਨੇ ਵਾਗਡੋਰ ਸੰਭਾਲੀ। ਸਭ ਤੋਂ ਪਹਿਲਾਂ ਉਹਨਾਂ ਨੇ ਸਾਡੇ ਦੇਸ਼ ਦੀਆਂ ਸਰਹੱਦਾਂ ਜਿਹੜੀਆਂ ਕਿ ਕਾਂਗਰਸ ਪਾਰਟੀ ਨੇ ਕਮਜ਼ੋਰ ਕੀਤੀਆਂ ਹੋਈਆਂ ਸੀ। ਚਾਈਨਾ ਹਰੇਕ ਸਾਲ ਸਾਡੇ ਕੁਝ ਏਰੀਏ ਤੇ ਕਬਜ਼ਾ ਕਰ ਲੈਂਦਾ ਸੀ। ਪਾਕਿਸਤਾਨ ਕਹਿੰਦਾ ਸੀ ਕਿ ਮੈਂ ਐਨੀਮੀ ਕੰਟਰੀ ਆ, ਸਾਨੂੰ ਹਮੇਸ਼ਾ ਉਹ ਡਰਾਉਂਦਾ ਸੀ, ਧਮਕਾਉਂਦਾ ਸੀ। ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪਾਵਰ ਵਿੱਚ ਆਏ, ਜਿਨ੍ਹਾਂ ਨੇ ਆਉਂਦਿਆਂ ਸਾਰ ਸਾਡੇ ਦੇਸ਼ ਦੀਆਂ ਸਰਹੱਦਾਂ ਇਸ ਤਰ੍ਹਾਂ ਸਟਰੋਂਗ ਕੀਤੀਆਂ ਕਿ ਅੱਜ ਚਾਈਨਾ ਔਰ ਪਾਕਿਸਤਾਨ ਐਨੀਮੀ ਕੰਟਰੀ ਕਹਾਉਣ ਦੀ ਬਜਾਏ ਸਾਡੇ ਨਾਲ ਦੋਸਤੀ ਦਾ ਹੱਥ ਵਧਾ ਰਹੇ ਨੇ। ਕਹਿਣ ਦਾ ਭਾਵ, ਉਹਨਾਂ ਨੂੰ ਰੋਕਿਆ ਵੀ ਤੁਸੀਂ ਆਪਣੀ ਲਿਮਿਟ ਵਿੱਚ ਰਹੋ, ਅੱਗੇ ਆਓਗੇ ਤਾਂ ਤੁਸੀਂ ਇਸ ਕੰਟਰੀ ਦੇ ਜਿਹੜੇ ਜਵਾਨ ਨੇ ਉਹਨਾਂ ਕੋਲੋਂ ਤੁਸੀਂ ਉਹਨਾਂ ਦੀ ਰਿਸਪੌਂਸਿਬਿਲਟੀ ਦੇਖਦੇ ਹੋਏ ਉਹਨਾਂ ਕੋਲੋਂ ਤੁਸੀਂ ਆਪਣਾ ਮਜ਼ਾ ਜ਼ਰੂਰ ਲਾਓਗੇ। ਔਰ ਦੂਸਰੀ ਗੱਲ ਸੀ ਕਰਪਸ਼ਨ। 2014 ਤੋਂ ਦੇਖੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪਾਵਰ ਵਿੱਚ ਆਏ
ਤੁਸੀਂ ਮੈਨੂੰ ਇੱਕ ਸਕੈਮ ਦਾ ਨਾਮ ਲੈ ਕੇ ਦੱਸੋ ਜਿਹੜਾ ਕਿਤੇ ਹੋਇਆ ਹੋਵੇ। ਤੁਸੀਂ ਕਰਪਸ਼ਨ ਨੇੜੇ ਨਹੀਂ, ਔਰ ਜਿਹੜਾ ਕੋਈ ਮੰਤਰੀ ਵੀ ਆਪਣੀ ਰਿਸਪੌਂਸਿਬਿਲਟੀ ਵਧੀਆ ਢੰਗ ਨਾਲ ਨਹੀਂ ਨਿਭਾਉਂਦਾ ਉਹਨੂੰ ਵੀ ਸਾਈਡ ਤੇ ਕੀਤਾ ਜਾਂਦਾ। ਇਸ ਤੋਂ ਸਾਫ਼ ਸੁਥਰੀ ਗਵਰਨਮੈਂਟ ਕਿਤੇ ਹੋ ਸਕਦੀ ਆ। ਨਰਿੰਦਰ ਮੋਦੀ ਜੀ ਦੇ ਵੀ ਮੈਂ ਕਹਿੰਦਾ ਵੀ ਸਾਡੇ ਵਾਲੀ ਪੋਜੀਸ਼ਨ ਹੀ ਆ, ਉਹਨਾਂ ਰਿਸਪੈਕਟਡ ਪ੍ਰਾਈਮ ਮਿਨਿਸਟਰ ਦੀ, ਨਾ ਉਹਨਾਂ ਦੇ ਅੱਗੇ ਲੀਡਰ ਕੋਈ, ਨਾ ਉਹਨਾਂ ਦੇ ਪਿੱਛੇ ਕੋਈ ਲੀਡਰ, ਔਰ ਇਕੱਲੇ ਸਮਾਜ ਦੀ ਸੇਵਾ ਲਈ ਸਾਹਮਣੇ ਆਏ ਔਰ ਮੈਰਿਜ ਨਹੀਂ ਕਰਵਾਈ, ਦੇਸ਼ ਨੂੰ ਸਮਰਪਿਤ। ਇਹ ਨਹੀਂ ਹੈਗਾ ਕਿ ਗਾਂਧੀ ਪਰਿਵਾਰ ਵਾਂਗੂ ਕਦੇ ਬੋਫਰ ਸਕੈਮ ਤੇ ਕਦੇ ਕੁਛ, ਇਹੋ ਜਿਹੀ ਕੋਈ ਗੱਲ ਨਹੀਂ। ਸੋ ਭਾਰਤੀ ਜਨਤਾ ਪਾਰਟੀ ਜਿਹੜੀ ਆ ਨੈਸ਼ਨਲਿਜ਼ਮ ਥਿੰਕਿੰਗ ਵਾਲੀ ਆ, ਰਾਸ਼ਟਰਵਾਦ ਸੋਚ ਵਾਲੀ ਆ, ਰਾਸ਼ਟਰਵਾਦ ਪ੍ਰਿੰਸੀਪਲ ਵਾਲੀ ਆ, ਦੇਸ਼ ਦੀ ਬਹੁਤ ਪੱਕੀ ਵਿਕਾਸ ਵਾਲੀ ਆ। ਅੱਜ ਦੇਸ਼ ਸਾਡਾ ਜਿਹੜਾ ਆ ਨੈਸ਼ਨਲ ਸਿਕਿਉਰਿਟੀ ਦੇ ਸਮਰੱਥ ਆ, ਪ੍ਰੋਪਰ ਸਿਕਿਉਰਡ ਕੰਟਰੀ ਆ। ਭਾਵੇਂ ਕਿ ਸਾਡੀ ਸਟੇਟ ਆਫ ਪੰਜਾਬ ਜਿਹੜੀ ਆ ਅੱਜ ਵੀ ਲਾਅ ਐਂਡ ਆਰਡਰ ਦੀ ਪੋਜੀਸ਼ਨ ਕਰਕੇ, ਗੁੰਡਾਗਰਦੀ ਕਰਕੇ ਇਨਸਿਕਿਉਰ ਲੋਕ ਫੀਲ ਕਰਦੇ ਨੇ। ਸੋ ਇਹਨਾਂ ਸਾਰੀਆਂ ਚੀਜ਼ਾਂ ਨੇ ਮੈਨੂੰ ਪ੍ਰੇਰਿਤ ਕੀਤਾ, ਮੈਨੂੰ ਬੜਾ ਆਪਣੇ ਇਹਦੇ ਵਿੱਚ ਬਲ ਮਿਲਿਆ ਕਿ ਵਾਹਦ ਸਾਡੇ ਦੇਸ਼ ਦੇ ਵਿੱਚ ਇੱਕ ਭਾਰਤੀ ਜਨਤਾ ਪਾਰਟੀ ਆ, ਔਰ ਉਸ ਤੋਂ ਉੱਪਰ ਸਾਡੇ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਨੇ, ਜਿਹੜੇ ਦੇਸ਼ ਨੂੰ ਵਧੀਆ ਕਰਪਸ਼ਨ ਫ੍ਰੀ ਔਰ ਭ੍ਰਿਸ਼ਟਾਚਾਰ ਫ੍ਰੀ ਔਰ ਡਰੱਗ ਫ੍ਰੀ ਔਰ ਵਧੀਆ ਸਿਕਿਉਰਡ ਪ੍ਰਸ਼ਾਸਨ ਦੇ ਸਕਦੇ ਨੇ। ਜਿਸ ਕਰਕੇ ਮੈਂ ਇਸ ਤੋਂ ਪ੍ਰੇਰਿਤ ਹੋ ਕੇ ਮੈਂ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਜੁਆਇਨ ਕੀਤੀ। ਮੈਂ ਤਾਂ ਕਹਾਂਗਾ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀਆਂ ਪਾਲਿਸੀਆਂ ਤੋਂ ਪ੍ਰੇਰਿਤ ਹੋ ਕੇ ਮੈਂ ਭਾਰਤੀ ਜਨਤਾ ਪਾਰਟੀ ਜੁਆਇਨ। ਦੋ ਛੋਟੇ ਸਵਾਲ ਹੋਰ ਨੇ। ਤੁਸੀਂ ਕਿਹਾ ਮੈਂ ਤਾਂ ਆਪਣੀ ਜ਼ਿੰਮੇਵਾਰੀ ਸਮਝਦਾ ਹੋਇਆ ਨੀਂਦ ਤੋਂ ਜਾਗ ਗਿਆ, ਠੀਕ ਹੈ। ਲੋਕ ਫਿਰ ਉਹ ਰਵਾਇਤੀ ਪਾਰਟੀਆਂ ਨੂੰ ਮੌਕਾ ਦੇ ਦਿੰਦੇ ਨੇ, ਫਿਰ ਕਰਪਟ ਲੀਡਰਸ ਜਿਹੜੇ ਅੱਗੇ ਆ ਜਾਂਦੇ ਨੇ। ਲੋਕਾਂ ਨੂੰ ਕਿਵੇਂ ਨੀਂਦ ਤੋਂ ਜਗਾਉਂਗੇ? ਇਸ ਤਰ੍ਹਾਂ ਹੁਣ ਹੋਰ ਨਹੀਂ ਹੋਏਗਾ। ਕਹਿੰਦੇ ਵੀ ਇਟ ਇਜ਼ ਇਨਫ, ਹਨਾ ਜੀ, ਅੰਤ ਹੋ ਗਿਆ। ਲੋਕਾਂ ਨੂੰ ਪਤਾ ਹੁੰਦਾ ਵੀ ਮੈਂ ਦਫ਼ਤਰ ਜਾਣਾ ਤਾਂ ਮੈਨੂੰ ਪੈਸੇ ਦੇ ਕੇ ਕੰਮ ਕਰਾਉਣਾ ਪੈਂਦਾ। ਬਿਲਕੁਲ ਤੁਹਾਡੀ ਗੱਲ ਸਹੀ ਆ ਕਿ ਮੈਂ ਵੀ ਆਪਣੀ ਜ਼ਿੰਦਗੀ 'ਚ ਕਈ ਵਾਰੀ ਕੰਮ ਕਰਵਾਉਣ ਗਏ ਤੇ ਅਸਲੀਅਤ ਇਹੋ ਹੀ ਆ। ਤੇ ਮੰਨ ਲਓ ਕਿ ਪਟਵਾਰੀ ਕੋਲੋਂ ਫਰਦ ਲੈਣੀ ਆ, ਉਹਨੇ 3-4 ਚੱਕਰ ਮਰਵਾ ਤੇ ਬੰਦਾ ਕਹਿੰਦਾ ਚੱਲ ਯਾਰ ਹੁਣ ਖੇੜਾ ਛਡਾ। ਹਾਂਜੀ, ਇਸੇ ਤਰ੍ਹਾਂ ਲੋਕ ਕਹਿੰਦੇ ਪੈਸੇ ਲੈ ਲਓ ਪਰ ਕੰਮ ਕਰ ਦਿਓ। ਹਾਂ, ਇਹ ਜਿਹੜੀ ਸੋਚ ਆ ਕਿਉਂ ਡਿਵੈਲਪ ਹੋਈ? ਕਿਉਂਕਿ ਜਿਹੜੇ ਸਾਡੇ ਕਾਂਗਰਸ ਪਾਰਟੀ ਦੇ, ਅਕਾਲੀ ਦਲ ਦੇ ਜਿਹੜੇ ਲੀਡਰ ਸਾਹਿਬਾਨ ਨੇ ਉਹ ਆਪਣੀ ਰਿਸਪੌਂਸਿਬਿਲਟੀ ਤੋਂ ਪਿੱਛੇ ਹਟ ਗਏ। ਉਹਨਾਂ ਨੇ ਆਪਣੀ ਰਿਸਪੌਂਸਿਬਿਲਟੀ ਵਧੀਆ ਢੰਗ ਨਾਲ ਨਹੀਂ ਨਿਭਾਈ। ਉਹਨਾਂ ਨੇ ਸਮਾਜ ਨੂੰ ਇਹਨਾਂ ਲਾਲ ਫੀਤਾਸ਼ਾਹੀ ਵਾਲੇ ਅਫਸਰਾਂ ਤੋਂ, ਕਲਰਕਾਂ ਤੋਂ ਲੁੱਟਣ ਲਈ ਖੁੱਲ੍ਹ ਦੇ ਦਿੱਤੀ, ਕਿਉਂਕਿ ਉਹ ਆਪ ਇਸ ਕਰਪਸ਼ਨ ਦੇ ਵਿੱਚ ਇਨਵੋਲਵ ਸੀ, ਜਿਹਦੇ ਨਾਲ ਸਮਾਜ ਦੇ ਲੋਕ ਜਿਹੜੇ ਨੇ ਉਹ ਇਹਨਾਂ ਲੀਡਰਾਂ ਤੋਂ ਨਫ਼ਰਤ ਕਰਨ ਲੱਗ ਪਏ ਤੇ ਤਾਂ ਉਹਨਾਂ ਨੇ ਇਹ ਰਸਤਾ ਅਖਤਿਆਰ ਹੋਇਆ। ਪਰ ਸਮਾਜ ਇੱਕ ਚੀਜ਼ ਤਾਂ ਚਾਹੁੰਦਾ ਹੈ ਨਾ ਕਿ ਸਾਨੂੰ ਵਧੀਆ ਪ੍ਰਸ਼ਾਸਨ ਮਿਲੇ, ਸਾਨੂੰ ਕਰਪਸ਼ਨ ਫ੍ਰੀ ਪ੍ਰਸ਼ਾਸਨ ਮਿਲੇ, ਸਾਨੂੰ ਟ੍ਰੈਫਿਕ ਜੈਮ ਨਾ ਮਿਲਣ, ਸਾਨੂੰ ਮੁੱਢਲੀ ਮੈਡੀਕਲ ਤੇ ਸਿੱਖਿਆ ਸਹੂਲਤਾਂ ਮਿਲਣ। ਇਹ ਲੋਕ ਚਾਹੁੰਦੇ ਨੇ। ਲੋਕ ਸਾਡੇ ਲੁਧਿਆਣੇ ਦੇ ਪੜ੍ਹੇ ਲਿਖੇ ਨੇ, ਉਹ ਕਰਪਟ ਸਿਸਟਮ ਤੋਂ ਨਿਜਾਤ ਪਾਉਣਾ ਚਾਹੁੰਦੇ ਨੇ। ਪਰ ਇੱਕ ਚੀਜ਼ ਉਹ ਇਹ ਵੀ ਚਾਹੁੰਦੇ ਆ ਕਿ ਵਧੀਆ ਬੰਦਾ ਕੋਈ ਨਾ ਕੋਈ ਅੱਗੇ ਆਵੇ। ਇਹ ਨਾ ਹੋਵੇ ਕਿ ਉਹ ਬੰਦਾ ਜਿਹੜਾ ਕਰਪਟ ਆ ਉਹਦੇ ਖਿਲਾਫ ਹੋ ਜਾਣ ਤੇ ਵਧੀਆ ਬੰਦਾ ਅੱਗੇ ਨਾ ਆਵੇ, ਕੱਲ ਨੂੰ ਉਹਨਾਂ ਨੂੰ ਕੋਈ ਸਮੱਸਿਆ ਦਾ ਸਾਹਮਣਾ ਕਰਨਾ ਪਵੇ। ਜਿਵੇਂ ਆਸ਼ੂ ਜੀ ਡਰਾਉਂਦੇ ਆ ਨਾ ਵੀ ਪਰਚਾ ਦੇ ਦਿਆਂਗੇ, ਇਹ ਪਰਚੇ ਪੁਰਚੇ ਵਾਲਾ ਆਸ਼ੂ ਜੀ ਤੁਸੀਂ ਆਪਣਾ ਵਹਿਮ ਕੱਢ ਦਿਓ। ਲਾਅ ਵਿਲ ਟੇਕ ਇਟਸ ਓਨ ਕੋਰਸ। ਜਿੰਨੇ ਵੀ ਜੁਰਮ ਕੀਤਾ ਉਹਨੂੰ ਸਜ਼ਾ ਮਿਲੂਗੀ। ਕਹਿਣ ਦਾ ਭਾਵ ਇਹ ਆ ਕਿ ਬਦਮਾਸ਼ੀ ਜਿਹੜੀ ਆ ਉਹ ਡੈਮੋਕ੍ਰੇਟਿਕ ਕੰਟਰੀ ਦੇ ਵਿੱਚ ਨਾ ਸਹਿਣ ਕੀਤੀ ਜਾਊਗੀ ਨਾ ਹੋਏਗੀ। ਸੋ ਮੇਰਾ ਕਹਿਣ ਦਾ ਮਤਲਬ ਇਹ ਆ ਕਿ ਲੋਕ ਹੁਣ ਮਨ ਬਣਾ ਚੁੱਕੇ ਨੇ ਕਿ ਇਸ ਕਰਪਟ ਤੇ ਰਵਾਇਤੀ ਪਾਰਟੀਆਂ ਤੋਂ ਖਹਿੜਾ ਛਡਾ ਕੇ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕੀਤਾ ਜਾਵੇ, ਭਾਰਤੀ ਜਨਤਾ ਪਾਰਟੀ ਦੀ ਸਪੋਰਟ ਕੀਤੀ ਜਾਵੇ। ਦੇਸ਼ ਸੁਰੱਖਿਅਤ, ਪੰਜਾਬ ਸੁਰੱਖਿਅਤ ਤੇ ਲਾਅ ਐਂਡ ਆਰਡਰ ਦੀ ਪ੍ਰੋਬਲਮ ਸੁਰੱਖਿਅਤ, ਲੋਕਾਂ ਦੀਆਂ ਸਹੂਲਤਾਂ ਵਧੀਆ ਮਿਲਣਗੀਆਂ। ਔਰ ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਅਲਟਰਨੇਟਿਵ ਹੈ ਇੱਕੋ ਇੱਕ ਹੈ ਕਿ ਉਹ ਭਾਰਤੀ ਜਨਤਾ ਪਾਰਟੀ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ। ਲੋਕ 20 ਫਰਵਰੀ ਨੂੰ ਮੌਕਾ ਦੇ ਦਿੰਦੇ ਨੇ, ਐਡਵੋਕੇਟ ਬਿਕਰਮ ਸਿੱਧੂ ਨੂੰ ਐਮਐਲਏ ਬਣਾ ਦਿੰਦੇ ਨੇ, ਵਕਾਲਤ ਜਾਰੀ ਰਹੂਗੀ ਨਾਲ ਦੀ? ਬਿਲਕੁਲ ਰਹੇਗੀ, ਕਿਉਂਕਿ ਆਪਣੀ ਕਮਾਈ ਵਾਸਤੇ, ਆਪਣਾ ਪਰਿਵਾਰ ਪਾਲਣ ਵਾਸਤੇ, ਆਪਣੇ ਜੀਵਨ ਦਾ ਪਹੀਆ ਰੋੜਨ ਵਾਸਤੇ ਅਸੀਂ ਆਪਣਾ ਜੇ ਪ੍ਰੋਫੈਸ਼ਨ ਛੱਡ ਦਿਆਂਗੇ ਤੇ ਫਿਰ ਜਿਹੜੇ ਆਮ ਲੀਡਰ ਤੁਰੇ ਫਿਰਦੇ ਉਹਨਾਂ ਵਾਂਗੂ ਅਸੀਂ ਵੀ ਕਰਪਟ ਹੋਵਾਂਗੇ। ਇਸ ਚੀਜ਼ ਤੋਂ ਬਚਣ ਲਈ ਮੇਰਾ ਮੰਨਣਾ ਆ ਕਿ ਪੋਲਿਟਿਕਸ ਵਿੱਚ ਚਾਹੇ ਤੁਸੀਂ ਮੰਤਰੀ ਬਣੋ, ਚਾਹੇ ਐਮਐਲਏ ਬਣੋ, ਚਾਹੇ ਤੁਸੀਂ ਮੈਂ ਕਹਿੰਦਾ ਸੀਐਮ ਬਣੋ, ਪਰ ਤੁਸੀਂ ਆਪਣਾ ਕਾਰੋਬਾਰ ਕਰੋ, 10-9 ਦੀ ਕਮਾਈ ਕਰੋ ਔਰ ਓਨੈਸਟੀ ਨਾਲ ਆਪਣਾ ਪ੍ਰੋਫੈਸ਼ਨ ਕਰੋ, ਆਪਣਾ ਧੰਦਾ ਕਰੋ, ਆਪਣਾ ਬਿਜ਼ਨਸ ਕਰੋ, ਆਪਣੀ ਖੇਤੀਬਾੜੀ ਕਰੋ, ਆਪਣਾ ਪਰਿਵਾਰ ਪਾਲੋ। ਜਿਹੜੀ ਇੱਕ ਪੋਲਿਟਿਕਸ ਆ, ਮੈਂ ਕਹਿੰਦਾ ਵੀ ਇਹਨੂੰ ਤੁਸੀਂ ਇਦਾਂ ਨਾ ਸਮਝੋ ਕਿ ਰਾਜਨੀਤੀ ਇਹ ਇੱਕ ਸਮਾਜਿਕ ਕੰਮ ਆ। ਇਹ ਸਮਾਜ ਦਾ ਇੱਕ ਬਿਹਤਰੀ ਵਾਸਤੇ, ਵੈਲਫੇਅਰ ਲਈ ਇੱਕ ਪਾਰਟ ਆ। ਉਸ ਪਾਰਟ ਵਿੱਚ ਆਪਣੀ ਜੀਵਨ ਦਾ ਜ਼ਰੂਰ ਯੋਗਦਾਨ ਪਾਓ, ਆਪਣੀ ਲਾਈਫ ਦਾ ਉਹਦੇ ਵਿੱਚ ਹਿੱਸਾ ਪਾਓ, ਤਾਂ ਕਿ ਤੁਹਾਡੀ ਵੀ ਬਿਹਤਰੀ ਸਮਾਜ ਦੀ ਬਿਹਤਰੀ ਦੇ ਨਾਲ ਜੁੜੀ ਹੋਈ ਆ।
ਮੇਰਾ ਪਰ ਕਹਿਣ ਦਾ ਇੱਕ ਹੋਰ ਵੀ ਆ ਕਿ ਆਪਣੀ ਕਮਾਈ ਲਈ ਆਪਣੇ ਸਾਧਨ ਪੈਦਾ ਕਰੋ, ਕਰਪਸ਼ਨ ਦੇ ਵਾਲੇ ਪਾਸੇ ਬਿਲਕੁਲ ਨਾ ਜਾਓ। ਇਸ ਕਰਕੇ ਮੈਂ ਤਾਂ ਬ੍ਰਦਰ ਬੜੀ ਸਿੱਧੀ ਜੀ ਗੱਲ ਆ ਕਿ ਗੁਰੂ ਮਹਾਰਾਜ ਦੀ ਕਿਰਪਾ ਨਾਲ ਐਮਐਲਏ ਇਲੈਕਟ ਹੋ ਜੰਨੇ ਆ ਤੇ ਸਵੇਰੇ ਪੈਨ ਜੇਬ ਦੇ ਨਾਲ ਲਾ ਕੇ ਤੇ ਜ਼ਰੂਰ ਕਚਹਿਰੀ 9:30 ਵਜੇ ਜਾਵਾਂਗੇ ਔਰ ਆਪਣਾ ਕੰਮ ਕਰਕੇ ਆਪਣੇ ਬੱਚਿਆਂ ਦਾ, ਆਪਣੇ ਪਰਿਵਾਰ ਦੇ ਪਾਲਣ ਲਈ ਰੋਜੀ ਰੋਟੀ ਤਾਂ ਕਮਾਵਾਂਗੇ। ਪਰ ਜਿਵੇਂ ਕਿ ਪਲਾਟਾਂ ਦੇ ਕਬਜ਼ੇ ਹੁੰਦੇ ਆ ਜਾਂ ਟਰਸਟ ਦੀਆਂ ਪ੍ਰਾਪਰਟੀਆਂ ਦੇ ਕਬਜ਼ੇ ਹੁੰਦੇ ਆ, ਨਾ ਉਹੋ ਜੀ ਸੋਚ ਆ ਤਾਂ ਨਾ ਉਹੋ ਜੀ ਸੋਚ ਕਿਸੇ ਦੀ ਰਹਿਣ ਦੇਣੀ ਆ। ਬਹੁਤ ਬਹੁਤ ਧੰਨਵਾਦ ਸਿੱਧੂ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਲਈ। ਅੱਗੇ ਵੀ ਤੁਹਾਡੇ ਨਾਲ ਜੁੜਦੇ ਰਵਾਂਗੇ ਤੇ ਪੁੱਛਾਂਗੇ ਲੁਧਿਆਣਾ ਵੈਸਟ ਦਾ ਵਿਜ਼ਨ ਕੀ ਹੈ ਸਾਡੇ ਨਾਲ। ਤਾਂ ਇਹ ਸਨ ਐਡਵੋਕੇਟ ਬਿਕਰਮ ਸਿੰਘ ਸਿੱਧੂ, ਜਿਨ੍ਹਾਂ ਨੇ ਦੱਸਿਆ ਕਿ ਇੱਕ ਮੈਂ ਆਪਣੀ ਸਮਾਜਿਕ ਜ਼ਿੰਮੇਵਾਰੀ ਸਮਝਦਾ ਹੋਇਆ ਵਕਾਲਤ ਦੇ ਨਾਲ ਜਿਹੜਾ ਹੈ ਉਹ ਇਸ ਆਪਣਾ ਪੋਲਿਟਿਕਸ ਦੇ ਵਿੱਚ ਆਇਆ ਤੇ ਹੁਣ ਬੀਜੇਪੀ ਤੋਂ ਲੁਧਿਆਣਾ ਵੈਸਟ ਤੋਂ ਜਿਹੜਾ ਹੈ ਇਲੈਕਸ਼ਨ ਲੜ ਰਹੇ ਆ ਤੇ ਆਉਣ ਵਾਲਾ ਸਮਾਂ ਹੀ ਦੱਸੇਗਾ 20 ਫਰਵਰੀ ਨੂੰ ਲੋਕ ਇਹਨਾਂ ਦੇ ਹੱਕ ਵਿੱਚ ਫਤਵਾ ਦਿੰਦੇ ਕਿ ਨਹੀਂ। ਕੈਮਰਾਮੈਨ ਦੀਪਕ ਖੀਵਾ ਦੇ ਨਾਲ ਅਮਰਪ੍ਰੀਤ ਸਿੰਘ ਮੱਕੜ, ਲੁਧਿਆਣਾ ਟਾਈਮਸ।